1965 ਦੀ ਜੰਗ ਦੇ ਸ਼ਹੀਦ ਸਿਪਾਹੀ ਹੀਰਾ ਸਿੰਘ ਦਾ ਪਰਿਵਾਰ ਸਰਕਾਰੀ ਸਹੂਲਤਾਂ ਤੋਂ ਵਾਂਝਾ। ਹੁਣ ਸਾਨੂੰ ਜਦੋਂ ਪੈਨਸ਼ਨ ਲੱਗੀ ਹੈ ਤੇ ਜਿਸੋਂ ਸਾਡਾ ਡੈਡੀ ਸ਼ਹੀਦ ਹੋਇਆ ਉਸ ਟਾਈਮ 1500 ਰੁਪਈਆ ਤੇ ਇੱਕ ਸਿਲਾਈ ਮਸ਼ੀਨ ਦੇ ਗਈ ਸੀ, ਲੇਕਿਨ ਹੋਰ ਕੁਝ ਵੀ ਨਹੀਂ ਮੁੜ ਕੇ ਉਸ ਤੋਂ ਬਾਅਦ ਵਿੱਚ ਮਿਲਿਆ। ਵਿਧਵਾ ਪਤਨੀ ਤੇ ਧੀ ਨੂੰ ਸ਼ਹਾਦਤ ਦੇ 21 ਸਾਲ ਦੀ ਜੱਦੋਜਹਿਦ ਤੋਂ ਬਾਅਦ ਕੇਵਲ ਪੈਨਸ਼ਨ ਨਾਲ ਪਰਿਵਾਰ ਦਾ ਕਰਨਾ ਪੈ ਰਿਹਾ ਗੁਜ਼ਾਰਾ। ਸਾਡਾ ਪੈਨਸ਼ਨ ਲੱਗੀ ਆ ਉਹ ਦੇਖੋ 2005 ਤੋਂ ਲੱਗੀ ਆ, ਉਹ ਵੀ ਮੈਂ ਡਾਕੂਮੈਂਟ 35 ਸਾਲ 30 ਸਾਲ ਲੱਗੇ ਮੈਨੂੰ। ਬਹੁਤ ਜ਼ਿਆਦਾ ਜਾਣੀ ਦਫ਼ਤਰਾਂ ਵਿੱਚ ਮੈਂ ਇਹੀ ਜਿਹੀਆਂ ਗੱਲਾਂ ਸੁਣੀਆਂ ਕਿ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ। 1965 ਵਿਖੇ ਭਾਰਤ ਪਾਕ ਦੀ ਜੰਗ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਚੜੇ ਦਾ ਨਿਵਾਸੀ ਅਤੇ ਭਾਰਤੀ ਫੌਜ ਦਾ ਸਿਪਾਹੀ ਹੀਰਾ ਸਿੰਘ ਸ਼ਹੀਦ ਹੋ ਗਿਆ ਸੀ ਤੇ ਅੱਜ ਵੀ ਉਸ ਦੀ ਵਿਧਵਾ ਪਤਨੀ ਤੇ ਧੀ ਸਰਕਾਰੀ ਸਹੂਲਤਾਂ ਤੋਂ ਵਾਂਝੀਆਂ ਨੇ। ਭਾਰਤੀ ਫੌਜ ਵਿੱਚ ਹੀਰਾ ਸਿੰਘ ਯੂਨਿਟ 6 ਦਾ ਸਿਪਾਹੀ ਸੀ ਅਤੇ 1965 ਦੀ ਜੰਗ ਵਿੱਚ ਉਹ ਜੰਮੂ ਕਸ਼ਮੀਰ ਬਾਰਡਰ ਤੇ ਪਾਕਿਸਤਾਨੀ ਫੌਜ ਨਾਲ ਯੁੱਧ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਸਿਪਾਹੀ ਹੀਰਾ ਸਿੰਘ ਜਦੋਂ ਸ਼ਹੀਦ ਹੋਇਆ ਤਾਂ ਉਸ ਦੀ ਪਤਨੀ ਗਰਭਵਤੀ ਸੀ ਅਤੇ 4 ਮਹੀਨੇ ਬਾਅਦ ਉਸ ਦੀ ਕੁੱਖੋਂ ਧੀ ਜੰਗੀਰ ਕੌਰ ਦਾ ਜਨਮ ਹੋਇਆ। ਸ਼ਹਾਦਤ ਤੋਂ ਕੁਝ ਸਮੇਂ ਬਾਅਦ ਮਹਿੰਦਰ ਕੌਰ ਆਪਣੀ ਇਕਲੌਤੀ ਧੀ ਨੂੰ ਲੈ ਕੇ ਮਾਛੀਵਾੜੇ ਵਿਖੇ ਰਹਿਣ ਲੱਗ ਪਈ ਅਤੇ ਇੱਥੇ ਉਸਨੇ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਧੀ ਦਾ ਪਾਲਣ ਪੋਸ਼ਣ ਕਰ ਉਸ ਦਾ ਵਿਆਹ ਕੀਤਾ। ਧੀ ਜੰਗੀਰ ਕੌਰ ਆਪਣੇ ਪਿਤਾ ਦੀ ਸ਼ਹਾਦਤ ਨੂੰ ਦੁਨੀਆ ਸਾਹਮਣੇ ਲਿਆਉਣਾ ਚਾਹੁੰਦੀ ਸੀ ਅਤੇ ਆਪਣੇ ਪਰਿਵਾਰ ਨੂੰ ਸਰਕਾਰ ਤੋਂ ਬਣਦੇ ਹੱਕ ਦਿਵਾਉਣ ਵਿੱਚ ਜੁਟ ਗਈ। ਧੀ ਜੰਗੀਰ ਕੌਰ ਜਿਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ, ਉਸਨੇ ਦੱਸਿਆ ਕਿ 1985 ਵਿੱਚ ਆਪਣੇ ਸ਼ਹੀਦ ਪਿਤਾ ਸਿਪਾਹੀ ਹੀਰਾ ਸਿੰਘ ਦਾ ਮਾਨ ਸਨਮਾਨ ਬਹਾਲ ਕਰਨ ਅਤੇ ਬਣਦੇ ਹੱਕ ਦਿਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਯੁੱਧ ਲੜਿਆ ਅਤੇ ਕਰੀਬ 21 ਸਾਲ ਦੀ ਜੱਦੋਜਹਿਦ ਤੋਂ ਬਾਅਦ ਕੇਵਲ ਸਰਕਾਰ ਨੇ ਉਹਨਾਂ ਨੂੰ ਪੈਨਸ਼ਨ ਹੀ ਲਗਾਈ। ਪਿਤਾ ਦੀ ਸ਼ਹਾਦਤ ਦੇ ਪੁਖਤਾ ਸਬੂਤ ਦੇਣ ਤੋਂ ਬਾਅਦ ਫੌਜ ਨੇ ਉਹਨਾਂ ਨੂੰ ਪੈਨਸ਼ਨ ਅਵਾਰਡ ਵੀ ਦਿੱਤਾ, ਪਰ ਜਿਸ ਤਰ੍ਹਾਂ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਦੀਆਂ ਨੇ ਉਹ ਸਾਧਨ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਏ। ਧੀ ਜਗੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਸਰਕਾਰ ਨੇ ਪਿਤਾ ਨੂੰ ਕਰੀਬ 10 ਏਕੜ ਤੋਂ ਵੱਧ ਜ਼ਮੀਨ ਉਹਨਾਂ ਦੇ ਜੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਖੇ ਲਾਟ ਕੀਤੀ ਹੋਈ ਹੈ, ਪਰ ਉਸਦੇ ਰਿਸ਼ਤੇਦਾਰ ਹੀ ਕਬਜ਼ਾ ਕਰਕੇ ਬੈਠੇ ਨੇ। ਹੋਰ ਤਾਂ ਹੋਰ ਉਸਦੇ ਪਿਤਾ ਦਾ ਜੋ ਪਿੰਡ ਬਚੜੇ ਵਿਖੇ ਜੱਦੀ ਘਰ ਹੈ ਉਸ ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਜੰਗੀਰ ਕੌਰ ਨੇ ਦੱਸਿਆ ਕਿ ਆਪਣੇ ਪਿਤਾ ਦੇ ਨਾਮ ਤੇ ਲਾਟ ਹੋਈ ਜ਼ਮੀਨ ਤੇ ਘਰ ਛਡਾਉਣ ਲਈ ਉਸਨੇ ਤਰਨਤਾਰਨ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ, ਪਰ ਉਸਦੀ ਕੋਈ ਸੁਣਵਾਈ ਨਾ ਹੋਈ। ਅੱਖਾਂ ਵਿੱਚ ਹੰਝੂ ਭਰਦੇ ਵਿਧਵਾ ਪਤਨੀ ਮਹਿੰਦਰ ਕੌਰ ਤੇ ਵਿਧਵਾ ਧੀ ਜੰਗੀਰ ਕੌਰ ਨੇ ਦੱਸਿਆ ਕਿ ਉਹਨਾਂ ਨੇ 21 ਸਾਲ ਦੀ ਜੱਦੋਜਹਿਦ ਤੋਂ ਬਾਅਦ ਕੇਵਲ ਪੈਨਸ਼ਨ ਹੀ ਲਗਵਾ ਸਕੇ ਨੇ ਅਤੇ ਹੁਣ ਉਹ ਦੋਵੇਂ ਮਾਵਾਂ ਧੀਆਂ ਬੁਢਾਪੇ ਨੇੜੇ ਹੋਣ ਕਾਰਨ ਉਹਨਾਂ ਕੋਲ ਸਿਪਾਹੀ ਹੀਰਾ ਸਿੰਘ ਨੂੰ ਅਲਾਟ ਹੋਈ ਜ਼ਮੀਨ ਛਡਾਉਣ ਲਈ ਸੰਘਰਸ਼ ਕਰਨਾ ਵੀ ਔਖਾ ਹੈ। ਸ਼ਹੀਦ ਦੇ ਪਰਿਵਾਰ ਨੇ ਸਰਕਾਰ ਅਤੇ ਫੌਜ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿਤਾ ਹੀਰਾ ਸਿੰਘ ਦੀ ਜੋ ਜ਼ਮੀਨ ਹੈ ਉਹਨਾਂ ਨੂੰ ਦਵਾਈ ਜਾਵੇ ਅਤੇ ਹੋਰ ਸਹੂਲਤਾਂ ਸ਼ਹੀਦ ਪਰਿਵਾਰ ਨੂੰ ਜੋ ਮਿਲਦੀਆਂ ਨੇ ਉਹ ਵੀ ਕਰਵਾਈਆਂ ਜਾਣ। 1965 ਵਿੱਚ ਪਿੰਡ ਬਚੜੇ ਸੀ ਜੀ, ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਸੀ ਤੇ ਮਤਲਬ ਉੱਥੇ ਸਾਡਾ ਪਿੰਡ ਹਜੇ ਵੀ ਘਰ ਹੈਗਾ। ਉੱਥੇ ਮੇਰੇ ਡੈਡੀ ਜੀ ਇਕੱਲੇ ਸੀਗੇ, ਮੇਰਾ ਚਾਚਾ ਤਾਇਆ ਕੋਈ ਨਹੀਂ ਸੀ। ਲੇਕਿਨ 1965 ਚ ਜਦੋਂ ਸ਼ਹੀਦ ਹੋ ਗਏ। ਸ਼ਹੀਦ ਕਿੱਥੇ ਹੋਏ? ਕਿੱਥੇ 1965 ਦੀ ਕਿੱਥੇ ਜੰਗ ਹੋਈ ਸੀ? ਇਹ ਜੰਮੂ ਚ ਹੋਈ ਸੀ, ਪਾਕਿਸਤਾਨ ਨਾਲ। ਉੱਥੇ ਸ਼ਹੀਦ ਹੋਏ? ਹਾਂਜੀ। ਉਸ ਤੋਂ ਬਾਅਦ ਵਿੱਚ ਮੇਰਾ ਜਨਮ ਹੋਇਆ। ਅੱਛਾ, ਤੁਹਾਡਾ ਜਨਮ ਤੁਹਾਡੇ ਪਿਤਾ ਜੀ ਦੀ ਮੌਤ ਤੋਂ ਬਾਅਦ ਹੋਇਆ? ਹਾਂਜੀ, ਮੇਰੇ ਡੈਡੀ ਜੀ ਤੋਂ ਬਾਅਦ ਵਿੱਚ ਮੇਰਾ ਜਨਮ ਹੋਇਆ ਤੇ ਮੇਰਾ 1 ਨਵੇਂ ਸਾਲ ਦੀ 1 ਤਰੀਕ ਨੂੰ ਜਨਮ ਆ। ਲੇਕਿਨ ਕੋਈ ਚਾਚਾ ਨਹੀਂ ਸੀ, ਤਾਇਆ ਨਹੀਂ ਸੀਗਾ। ਡੈਡੀ ਜੀ ਇਕੱਲੇ ਸੀ ਤੇ 3 ਉਹਨਾਂ ਦੀਆਂ ਭੈਣਾਂ ਸੀ। ਤੇ ਉਸ ਤੋਂ ਬਾਅਦ ਵਿੱਚ ਫਿਰ ਸਾਡੀ ਮੰਮਾ ਨੂੰ ਉਹਨਾਂ ਨੇ ਘਰੋਂ ਭੇਜ ਦਿੱਤਾ ਤੇ ਅਸੀਂ ਫਿਰ ਪਿੰਡ ਬਚੜਿਆਂ ਤੋਂ ਮਾਛੋੜਾ ਸਾਹਿਬ ਆ ਗਏ। ਅੱਛਾ। ਮਾਛੋੜਾ ਸਾਹਿਬ ਮੰਮਾ ਦੀ ਭੈਣ ਰਹਿੰਦੇ ਸੀਗੇ, ਫਿਰ ਇੱਥੇ ਆ ਗਏ। ਇਸ ਤੋਂ ਬਾਅਦ ਵਿੱਚ ਫਿਰ ਮੰਮਾ ਦੀ ਪੈਨਸ਼ਨ ਵੀ ਉਹਨਾਂ ਨੇ ਬੰਦ ਕਰਵਾ ਦਿੱਤੀ। ਦਾਦਾ ਜੀ ਮੇਰੇ ਸੀਗੇ, ਲੇਕਿਨ ਹੁਣ ਦਾਦਾ ਜੀ ਵੀ ਸ਼ਹੀਦ ਵੀ ਮਤਲਬ ਪੂਰੇ ਹੋ ਗਏ ਨੇ ਤੇ ਮੰਮਾ ਦੀ ਪੈਨਸ਼ਨ ਮੈਂ 1984 ਤੋਂ ਲੱਗ ਕੇ, ਕਿਉਂਕਿ ਮੇਰੀ ਮੰਮਾ ਕੋਲ ਕੋਈ ਡਾਕੂਮੈਂਟ ਨਹੀਂ ਸੀਗਾ ਉਹਨਾਂ ਦੀ ਸ਼ਹਾਦਤ ਦਾ। ਹਾਂਜੀ, ਮੇਰੇ ਪਾਪਾ ਦਾ ਕੋਈ ਡਾਕੂਮੈਂਟ ਨਹੀਂ ਸੀਗਾ। 1984 ਤੋਂ ਲੱਗ ਕੇ 82 ਦੀ ਮੇਰੀ ਮੈਰਿਜ ਆ। 1984 ਤੋਂ ਮੈਂ ਜੋ ਡਾਕੂਮੈਂਟ ਲੱਭੇ ਕੀਤੇ ਉਹ ਦਫ਼ਤਰਾਂ ਵਿੱਚ ਜਾਂ ਕਿਸੇ ਰਿਸ਼ਤੇਦਾਰਾਂ ਵਿੱਚ ਜਾਂ ਕਿਤਿਓਂ ਵੀ, ਉਹ ਸਿਰਫ ਮੈਨੂੰ ਪਤਾ। ਤੇ ਕਾਫੀ ਜੱਦੋਜਹਿਦ ਕਰਨੀ ਪਈ ਤੁਹਾਨੂੰ? ਹਾਂਜੀ। ਤੇ ਹੁਣ ਕਿੰਨੇ ਸਾਲ ਜੱਦੋਜਹਿਦ ਕੀਤੀ ਤੁਸੀਂ? ਮੈਨੂੰ ਘੱਟੋ ਘੱਟ ਵੀ 30-35 ਸਾਲ ਕਰਨੀ ਪਈ। ਉਸ ਤੋਂ ਇਲਾਵਾ ਅਸੀਂ 2005 ਵਿੱਚ ਆ ਕੇ
ਹੁਣ ਮੰਮਾ ਨੂੰ ਪੈਨਸ਼ਨ ਲੱਗੀ ਆ, ਲੇਕਿਨ ਹੁਣ ਸਾਨੂੰ ਜਦੋਂ ਪੈਨਸ਼ਨ ਲੱਗੀ ਹੈ, ਜਿਸੋਂ ਸਾਡਾ ਡੈਡੀ ਸ਼ਹੀਦ ਹੋਇਆ ਉਸ ਟਾਈਮ 1500 ਰੁਪਈਆ ਤੇ ਇੱਕ ਸਿਲਾਈ ਮਸ਼ੀਨ ਦੇ ਗਈ ਸੀ, ਲੇਕਿਨ ਹੋਰ ਕੁਛ ਵੀ ਨਹੀਂ ਮੁੜ ਕੇ ਉਸ ਤੋਂ ਬਾਅਦ ਵਿੱਚ ਮਿਲਿਆ। ਕਿਉਂਕਿ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਸੁਣਦੇ ਹਾਂ ਕਿ ਕੀ ਮਿਲਦਾ ਕੀ ਨਹੀਂ, ਲੇਕਿਨ ਨਹੀਂ, ਸਾਨੂੰ ਨਾ ਤਾਂ ਕਦੇ ਕਿਸੇ ਨੇ ਕੋਈ ਇਹੋ ਜਿਹੀ ਗੱਲ ਕੀਤੀ ਸੀ। ਮੈਨੂੰ ਸੈਂਟਰ ਵਿੱਚ 2 ਵਾਰੀ ਬੁਲਾਇਆ, ਕਾਨਪੁਰ ਵੀ ਬੁਲਾਇਆ, ਮੈਂ ਉੱਥੇ ਵੀ ਜਾਂਦੀ ਰਹੀ ਹਾਂ, ਲੇਕਿਨ ਦਿੱਲੀ ਗਈ ਹਾਂ, ਮੈਨੂੰ ਨੈਸ਼ਨਲ ਅਵਾਰਡ ਵੀ ਮਿਲਿਆ। ਲੇਕਿਨ ਜਿਸ ਤਰ੍ਹਾਂ ਲੋਕਾਂ ਨੂੰ ਜ਼ਮੀਨਾਂ ਜਾਇਦਾਦਾਂ ਮਿਲਦੀਆਂ ਨੇ ਜਾਂ ਕੁਛ ਹੋਰ ਮਿਲਦਾ ਨਹੀਂ, ਇਹ ਸਾਨੂੰ ਕੁਛ ਨਹੀਂ ਮਿਲਿਆ। ਸਵਾਏ ਪੈਨਸ਼ਨ ਤੋਂ ਤੁਹਾਨੂੰ ਅੱਜ ਤੱਕ ਕਦੇ ਕੁਝ ਨਹੀਂ ਮਿਲਿਆ ਜੀ? ਨਾ, ਸਵਾਏ ਪੈਨਸ਼ਨ ਤੋਂ ਬਗੈਰ ਸਾਨੂੰ ਕੁਛ ਨਹੀਂ ਮਿਲਿਆ ਹੈਗਾ। ਪੈਨਸ਼ਨ ਲੱਗੀ ਆ, ਉਹ ਦੇਖੋ 2005 ਤੋਂ ਲੱਗੀ ਆ, ਉਹ ਵੀ ਮੈਂ ਡਾਕੂਮੈਂਟ 35 ਸਾਲ 30 ਸਾਲ ਲੱਗ ਗਏ ਮੈਨੂੰ। ਬਹੁਤ ਜ਼ਿਆਦਾ ਜਾਣੀ ਦਫ਼ਤਰਾਂ ਵਿੱਚ ਮੈਂ ਇਹੀ ਜਿਹੀਆਂ ਗੱਲਾਂ ਸੁਣੀਆਂ ਕਿ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਬਹੁਤ ਜੀ ਬਣੀ ਬੇਇੱਜ਼ਤੀ ਮਹਿਸੂਸ ਹੋਈ? ਮਤਲਬ ਜੋ ਮੇਰੀ ਲੁਧਿਆਣੇ ਸੈਨਿਕ ਬੋਰਡ ਦਫ਼ਤਰ ਵਿੱਚ ਕੀਤੀ ਸੀਗੀ ਜ਼ਿਲ੍ਹਾ ਭਲਾਈ 'ਚ, ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਮੇਰੇ ਨਾਲ ਕੀ ਹੋਇਆ ਸੀ ਔਰ ਕੀ ਨਹੀਂ। ਪਰ ਫਿਰ ਵੀ ਚਲੋ ਮੇਰੇ ਪੇਪਰ ਕਲੀਅਰ ਹੋਏ। ਮੇਰੇ ਨਾਲ ਕਈ ਇਹੋ ਜਿਹੇ ਇਨਸਾਨ ਸੀ ਕਿ ਜਿਨ੍ਹਾਂ ਨੇ ਮੇਰੀ ਬਹੁਤ ਸਪੋਰਟ ਕੀਤੀ। ਮਾਛੋੜ ਸਾਹਿਬ ਦੇ ਵਿੱਚ ਵੀ ਬਹੁਤ ਜਣਿਆਂ ਨੇ ਜਿਨ੍ਹਾਂ ਨੇ ਗਵਾਹੀਆਂ ਦੇ ਨਾਲ ਜਾਂ ਮੇਰੇ ਡਾਕੂਮੈਂਟਾਂ ਦੇ ਨਾਲ ਬਹੁਤ ਸਪੋਰਟ ਮੇਰੀ ਜਿਨ੍ਹਾਂ ਨੇ ਕੀਤੀ, ਉਹਨਾਂ ਦਾ ਤਾਂ ਮੈਂ ਸ਼ੁਕਰੀਆ ਅਦਾ ਕਰ ਵੀ ਨਹੀਂ ਸਕਦੀ। ਪਰ ਹੁਣ ਇੰਨਾ ਕੁ ਵੀ ਚਲੋ ਮੰਮਾ ਦੀ ਹੁਣ ਪੈਨਸ਼ਨ ਲੱਗੀ, ਮੰਮਾ ਮੇਰੇ ਕੋਲ ਆ, ਮੈਂ ਮੰਮਾ ਦੇ ਕੋਲ ਰਹਿੰਦੀ ਹਾਂ ਫਿਲਹਾਲ। ਵੀ ਰਹਿੰਦੀ ਤਾਂ ਮੰਮਾ ਸੀ ਉਰੇ, ਪਰ ਨਹੀਂ, ਮੈਂ ਵੀ ਆਪਣੇ ਸਹੁਰੇ ਤੋਂ ਆਪਣੀ ਮੰਮਾ ਦੇ ਘਰ ਹੀ ਆ ਗਈ ਸੀ। ਤੇ ਉਹ ਪੈਨਸ਼ਨ ਤੋਂ ਇਲਾਵਾ ਤੁਸੀਂ ਆਪਣੇ ਹੋਰ ਹੱਕਾਂ ਲਈ ਜਿੱਦਾਂ ਸਰਕਾਰਾਂ ਵੱਲੋਂ 1 ਕਰੋੜ ਰੁਪਏ ਅਨਾਉਂਸ ਕੀਤਾ ਜਾਂਦਾ ਜਾਂ ਸਰਕਾਰਾਂ ਵੱਲੋਂ ਕੋਈ ਜ਼ਮੀਨ ਦਿੱਤੀ ਜਾਂਦੀ ਆ, ਇਹ ਜੀ ਤੁਹਾਨੂੰ ਕੁਝ ਪਤਾ ਲੱਗੇ ਵੀ ਜ਼ਮੀਨ ਵੀ ਮਿਲੀ ਜਾਂ ਕੁਝ ਮਿਲੀ ਆ? ਜ਼ਮੀਨ ਮਿਲੀ ਆ, ਮੇਰੀ ਭੂਆ ਜੀ ਦੇ ਬੇਟਿਆਂ ਦੇ ਕੋਲ ਆ ਜ਼ਮੀਨ, ਉਹਨਾਂ ਦੇ ਕੋਲ ਮਿਲੀ ਆ ਗੋਂਦਵਾਲ ਸਾਹਿਬ ਵਿੱਚ। ਲੇਕਿਨ ਉਹਨਾਂ ਨੇ ਆਪਣੇ ਕੋਲੋਂ ਵਾਹੁੰਦੇ ਬੀਜਦੇ ਨੇ, 4 ਭਰਾ ਨੇ। ਇੱਕ ਉਹਨਾਂ ਦਾ ਬੇਟਾ ਜਿਹੜੇ ਮੇਰੇ ਡੈਡੀ ਜੀ ਦਾ ਘਰ ਆ ਪਿੰਡ ਬਚੜਿਆਂ ਦੇ ਵਿੱਚ, ਉੱਥੇ ਰਹਿ ਰਿਹਾ। ਕਿਉਂਕਿ ਮੈਂ ਪਹਿਲੀ ਵਾਰ ਪੈਨਸ਼ਨ ਮਿਲੀ ਆ ਤੇ ਮੈਂ ਅਖੰਡ ਪਾਠ ਸਾਹਿਬ ਵੀ ਕਰਾਉਣ ਗਈ ਸੀ, ਪਰ ਉਹਨਾਂ ਨੇ ਮੈਨੂੰ ਇੱਕ ਕਮਰਾ ਵੀ ਨਹੀਂ ਸੀ ਦਿੱਤਾ ਕਿ ਹਾਲੇ ਅਸੀਂ ਮੁੱਲ ਨਹੀਂ ਵੇਚਿਆ, ਤੇ ਮੈਨੂੰ ਉਹਨਾਂ ਨੇ ਇੱਕ ਕਮਰਾ ਵੀ ਨਹੀਂ ਸੀ ਦਿੱਤਾ ਹੈਗਾ। ਤੇ ਮੈਂ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਕਰਵਾ ਕੇ ਆਈ ਸੀਗੀ, ਕਿਉਂਕਿ ਮੇਰੇ ਡੈਡੀ ਜੀ ਦੀ ਸਾਨੂੰ ਪਹਿਲੀ ਪੈਨਸ਼ਨ ਮਿਲੀ ਸੀ ਔਰ ਪਹਿਲੀ ਸਾਨੂੰ ਪੇਮੈਂਟ ਹੋਈ ਸੀ। ਸਾਡੀ ਮੰਮਾ ਦੇ ਡਾਕੂਮੈਂਟ ਕਲੀਅਰ ਹੋ ਗਏ ਸੀ ਉਸ ਟਾਈਮ, ਤੇ ਮੈਂ ਪਿੰਡ ਗਈ ਸੀ, ਪਰ ਉਹਨਾਂ ਨੇ ਸਾਨੂੰ ਕਮਰਾ ਨਹੀਂ ਸੀ ਦਿੱਤਾ ਹੈਗਾ। ਤੇ ਉਸ ਤੋਂ ਇਲਾਵਾ ਜ਼ਮੀਨ ਵਿੱਚ ਵੀ ਉਹਨਾਂ ਦੇ 3 ਬੇਟੇ ਬੈਠੇ ਨੇ, ਭੂਆ ਜੀ ਦੇ 3 ਬੇਟੇ ਬੈਠੇ ਨੇ। ਫੁੱਫੜ ਜੀ ਵੀ ਪੂਰੇ ਹੋ ਗਏ ਆ, ਕਿਉਂਕਿ 84 ਦੇ ਜਦੋਂ 88 ਦੇ ਹੜ੍ਹ ਆਏ ਸੀਗੇ ਤਾਂ ਉਸ ਟਾਈਮ ਉਹ ਪਾਣੀ 'ਚ ਹੜ੍ਹ ਕੇ ਦਰਿਆ ਵਿੱਚ ਉਹ ਰੁੜ ਗਏ ਸੀ। ਤਾਂ ਭੂਆ ਜੀ ਸਾਡੇ ਪੂਰੇ ਹੋ ਗਏ, ਪਰ ਭੂਆ ਜੀ ਦੇ 3 ਬੇਟੇ ਨੇ ਜਿਹੜੇ ਉਹ ਜ਼ਮੀਨ ਦੇ ਵਿੱਚ ਬੈਠੇ ਨੇ। ਤੇ ਮਿਆਣੀ ਵਿੱਚ ਜ਼ਮੀਨ ਆ, ਗੋਂਦਵਾਲ ਮਿਆਣੀ ਵਿੱਚ ਜ਼ਮੀਨ ਆ। ਮੈਨੂੰ ਪਤਾ ਮੈਨੂੰ ਪਤਾ ਨਹੀਂ ਹੈਗਾ, ਮੈਨੂੰ ਜ਼ਮੀਨ ਦੇ ਨੰਬਰ ਬਾਰੇ ਵੀ ਪਤਾ ਵਾ, ਪਰ ਜਾਣੀ ਜਿਨ੍ਹਾਂ ਦੇ ਕੋਲ ਆ ਉਹ ਇਸ ਟਾਈਮ ਕਹਿ ਰਹੇ ਕਿ ਸਾਡੀ ਆ। ਤੁਸੀਂ ਜ਼ਮੀਨ ਬਾਰੇ ਪੁਲਿਸ ਨੂੰ ਕੋਈ ਜਾਂ ਪ੍ਰਸ਼ਾਸਨ ਜਾਂ ਸੈਨਿਕ ਵਿਭਾਗ ਨੂੰ ਜਿਹੜੇ ਹੈਗੇ ਆ ਆਪਣੇ ਹੱਕਾਂ ਲਈ ਕੋਈ ਸੰਘਰਸ਼ ਨਹੀਂ ਕੀਤਾ? ਮੈਂ ਤਰਨਤਾਰਨ ਵਿੱਚ SSB ਦਫ਼ਤਰ ਦੇ ਵਿੱਚ 3 ਵਾਰੀ ਮੈਂ ਲੈਟਰ ਪਾ ਚੁੱਕੀ ਹਾਂ। ਉਹਨਾਂ ਦੇ ਮੇਰੇ ਕੋਲ ਇਸ ਟਾਈਮ ਆਪਣੇ ਫੋਟੋ ਕਾਪੀਆਂ ਪਈਆਂ ਨੇ, ਹੈਗੀਆਂ ਮੇਰੇ ਕੋਲ। ਤੇ ਮੈਂ ਉੱਥੇ ਵੀ ਉਹਨਾਂ ਨੂੰ ਲੈਟਰ ਪਾਏ ਨੇ ਕਿ ਮੈਨੂੰ ਤੁਸੀਂ ਇਹ ਜ਼ਮੀਨ ਦਾ ਦੱਸੋ, ਜਾਂ ਮਤਲਬ ਕੋਈ ਮੈਨੂੰ ਪਤਾ ਕਰਕੇ ਦੱਸੋ ਕਿਹਦੀ ਆ। ਲੇਕਿਨ ਮੈਨੂੰ ਇੱਥੇ ਤੱਕ ਪਤਾ ਕਿ ਜ਼ਮੀਨ ਕਿੰਨੀ ਆ, ਇਹ ਨਹੀਂ ਕਿ ਪਤਾ ਨਹੀਂ। ਹਰ ਸ਼ਹੀਦ ਨੂੰ 10 ਕਿੱਲੇ ਮਿਲਦੇ, 10 ਕਿੱਲੇ ਤੋਂ ਵੱਧ ਜ਼ਮੀਨ ਆ, 88 ਕਨਾਲਾਂ 16 ਮਰਲੇ ਜ਼ਮੀਨ ਆ। ਇਹ ਨਹੀਂ ਕਿ ਮੈਨੂੰ ਪਤਾ ਨਹੀਂ, ਪਰ ਜਾਣੀ ਨਾ ਉਹਨਾਂ ਨੇ ਮੈਨੂੰ ਕਦੇ ਇਸ ਗੱਲ ਬਾਰੇ ਕਹੀ ਨਹੀਂ ਵੀ ਅਸੀਂ ਤੈਨੂੰ ਜਾਂ ਦਈਏ ਜਾਂ ਨਾ ਦਈਏ। ਇਹ ਤੁਹਾਨੂੰ ਜ਼ਮੀਨ ਤੋਂ ਇਲਾਵਾ ਕੋਈ ਸਰਕਾਰ ਨੇ ਕੋਈ ਤੋਂ ਇਲਾਵਾ ਕੋਈ ਹੋਰ ਕਦੇ ਫੰਡ ਦਿੱਤੇ ਹੋਣ ਜਾਂ ਸ਼ਹੀਦ ਪਰਿਵਾਰ ਫੰਡ 'ਚ ਕੋਈ ਸ਼ਹੀਦ ਦੀ ਕੋਈ ਆਉਂਦੀ ਹੈ ਯੋਜਨਾ ਆਈਆਂ ਹੋਣ, ਉਹਦਾ ਕੋਈ ਲਾਭ ਮਿਲਿਆ ਹੋਵੇ ਕਦੇ? ਨਹੀਂ, ਉਹ ਸਾਨੂੰ ਹਾਲੇ ਤੱਕ ਹਜੇ ਕੋਈ ਗੱਲ ਨਹੀਂ ਹੋਈ ਹੈਗੀ। ਪੈਨਸ਼ਨ ਮੰਮਾ ਨੂੰ ਜ਼ਰੂਰ ਪ੍ਰੋਪਰ ਆ ਰਹੀ ਆ, ਤੇ ਉਹਦਾ ਆਪਾਂ ਨੂੰ ਪਤਾ ਵਾ। ਹੋਰ ਆਪਾਂ ਨੂੰ ਕਦੀ ਕਿਸੇ ਨੇ ਬੁਲਾਇਆ ਨਹੀਂ, ਜਾਂ ਵੀ ਕਦੀ ਕਿਤੇ ਅਸੀਂ ਗਏ ਵੀ ਨਹੀਂ ਹੈਗੇ। ਕਾਨਪੁਰ ਵੀ ਬੁਲਾਇਆ ਸੀ, ਯੂਪੀ ਬੁਲਾਇਆ ਸੀ, ਤੇ ਦਿੱਲੀ ਮੈਨੂੰ ਬੁਲਾਇਆ ਸੀ ਜਿੱਥੇ ਅਮੋਰੀਅਰ ਆ ਇਹਨਾਂ ਦਾ ਸ਼ਹੀਦਾਂ ਸਿੰਘਾਂ ਦਾ, ਤੇ ਉੱਥੇ ਉਹਨਾਂ ਨੇ ਬੁਲਾ ਕੇ ਮੈਨੂੰ ਨੈਸ਼ਨਲ ਅਵਾਰਡ ਵੀ ਦਿੱਤਾ ਸੀ। ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਜਾਂ ਆਪਣੇ ਸੈਨਿਕ ਵਿਭਾਗ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਤੋਂ ਕੀ ਮੰਗ ਕਰਦੇ ਹੋ? ਦੇਖੋ, ਜੋ ਸ਼ਹੀਦਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੇ ਪਰਿਵਾਰ ਨੂੰ। ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਘਰ-ਬਾਰ ਕਿਸੇ ਦਾ ਹੋਵੇ ਤੇ ਬੈਠ ਜੇ ਆ ਕੇ ਕੋਈ। ਫਿਰ ਇਹਦਾ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ। ਜਿਸ ਦਿਨ ਆਪਣੇ ਨੌਜਵਾਨਾਂ ਨੂੰ ਭਰਤੀ ਕਰਦੇ ਉਸ ਟਾਈਮ ਤਾਂ ਕਹਿ ਦਿੰਦੇ ਨੇ ਸਾਨੂੰ ਇੰਝ ਜੇ ਆ, ਤੇ ਬਾਅਦ ਵਿੱਚ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਤਾਂ ਕੋਈ ਪੁੱਛਦਾ ਵੀ ਹੈ ਨਹੀਂ ਗਾ। ਜੋ ਮੈਂ ਇਹ ਕੀਤਾ ਵਾ ਮੈਨੂੰ ਪਤਾ, ਉਹ ਮੈਂ ਕਿਸ ਤਰ੍ਹਾਂ ਕੀਤਾ, ਤੇ ਮੈਂ ਦਫ਼ਤਰ ਤੱਕ ਕਿਸ ਤਰ੍ਹਾਂ ਪਹੁੰਚੀਆਂ, ਉਹਦੇ ਡਾਕੂਮੈਂਟ ਮੈਂ ਕਿਵੇਂ ਇਕੱਠੇ ਕੀਤੇ ਨੇ,
ਉਹਨਾਂ ਤੱਕ ਤਾਂ ਦਫ਼ਤਰ ਦੇ ਵਿੱਚ ਕੋਈ ਜਾ ਵੀ ਨਹੀਂ ਸਕਦਾ। ਤੇ ਆਰਮੀ ਦਾ ਤੇ ਇਹ ਅਸੂਲ ਆ ਵੀ ਆਰਮੀ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਕੋਈ ਜਾ ਸਕਦਾ ਹੈਗਾ। ਹੁਣ ਸਰਕਾਰ ਨੇ ਕਦੇ ਬੁਲਾ ਕੇ ਸਨਮਾਨ ਨਹੀਂ ਕੀਤਾ ਵੀ ਸ਼ਹੀਦ ਪਰਿਵਾਰ ਚੋਂ ਵੀ ਤੁਹਾਨੂੰ ਸਨਮਾਨ ਕੀਤਾ ਹੋਵੇ? ਬਸ ਉੱਥੇ ਹੀ ਬੁਲਾਇਆ ਸੀ, ਸੈਂਟਰ 'ਚ ਬੁਲਾਇਆ ਸੀ, ਕਾਨਪੁਰ ਬੁਲਾਇਆ ਸੀਗਾ, ਤੇ ਜਾਂ ਉੱਥੇ ਦਿੱਲੀ ਬੁਲਾਇਆ।